ਤੇ ਜਿਸ ਤਰ੍ਹਾਂ ਅਸੀਂ ਬਚਪਨ ਤੋਂ ਪੜ੍ਹਿਆ ਹੁੰਦਾ, ਜੋ ਸੁਣਿਆ ਹੁੰਦਾ, ਉਹੀ ਸਾਡੇ ਅੰਦਰ ਫਿੱਟ ਹੋਇਆ ਹੁੰਦਾ ਕਿ ਹਾਂ ਵੀ ਇਹ ਤਿਉਹਾਰ ਹੈ। ਜੇ ਇਹਦੀ ਥੋੜ੍ਹੀ ਖੋਜ ਕਰੀਏ ਪਿੱਛੇ, ਅਤੇ ਅਲੱਗ ਅਲੱਗ ਜਿਹੜੀਆਂ ਨਾਲ ਸਾਖੀਆਂ ਕੋਈ ਜੁੜੀਆਂ ਨੇ। ਕੋਈ ਇਹਨੂੰ ਰਾਮ ਜੀ ਦੇ ਨਾਲ ਜੋੜ ਕੇ ਮਨਾਉਂਦਾ ਹੈ। ਸਿੱਖਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਇਸ ਦਿਨ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚੋਂ ਆਜ਼ਾਦ ਹੋ ਕੇ ਆਏ ਸੀ, ਅਤੇ ਨਾਲ ਜਿਹੜੇ ਪਹਾੜੀ ਰਾਜਿਆਂ ਨੂੰ ਛੁਡਾ ਕੇ ਲਿਆਏ, ਅਤੇ ਬੰਦੀ ਛੋੜ ਦਿਵਸ ਦੇ ਨਾਂ 'ਤੇ ਮਨਾਇਆ ਜਾਂਦਾ ਹੈ। ਚਲੋ ਕੋਈ ਗੱਲ ਨਹੀਂ, ਜੋ ਮਰਜ਼ੀ ਕਿਸੇ ਤਰ੍ਹਾਂ ਵੀ ਹੈ। ਜਾਂ ਅਸੀਂ ਕਹਿ ਦਿੰਦੇ ਹਾਂ ਦਿਵਾਲੀ ਰੌਸ਼ਨੀ ਦਾ ਤਿਉਹਾਰ ਹੈ, ਦੀਵਿਆਂ ਦਾ ਤਿਉਹਾਰ ਹੈ। ਕੋਈ ਵੀ ਲੈ ਲਈਏ, ਕੋਈ ਗੱਲ ਨਹੀਂ ਹੈਗੀ, ਜਿਸ ਤਰ੍ਹਾਂ ਮਰਜ਼ੀ। ਕਿਉਂਕਿ ਕੁਛ ਵੀ ਕਹਿਣਾ ਜਿਹੜਾ ਆ ਉਹ ਕੋਈ ਨਾ ਕੋਈ ਸਵਾਲ ਪੈਦਾ ਕਰ ਦਿੰਦਾ। ਜੇ ਇਹਨੂੰ ਕਿਹਾ ਜਾਵੇ ਕਿ ਸਹੀ ਹੈ, ਅਤੇ ਕੁਛ ਕਹਿਣਗੇ ਕਾਹਦਾ ਸਹੀ ਹੈ, ਅੱਜ ਦੇ ਦਿਨ 'ਤੇ ਪੋਲਿਊਸ਼ਨ ਬਹੁਤ ਹੋ ਜਾਂਦਾ ਹੈ। ਜੇ ਕਹਿ ਦਈਏ ਗਲਤ ਹੈ, ਅਤੇ ਉਹ ਉਸ ਹਿਸਾਬ ਨਾਲ ਚੱਲ ਜਾਂਦਾ ਹੈ। ਇਸ ਕਰਕੇ ਸਹੀ ਗਲਤ ਸਾਡੇ ਉੱਪਰ ਹੈ, ਅਸੀਂ ਕੀ ਸਿੱਖਿਆ ਇਸ ਚੀਜ਼ ਤੋਂ। ਜੇ ਤਾਂ ਅਸੀਂ ਕੋਈ ਅੱਛੀ ਚੀਜ਼ ਸਿੱਖ ਲਈ ਤਾਂ ਸਾਡੇ ਵਾਸਤੇ ਸਹੀ ਹੀ ਹੈ। ਜੇ ਅਸੀਂ ਨਹੀਂ ਸਿੱਖਿਆ ਤਾਂ ਫਿਰ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ, ਫਿਰ ਸਾਨੂੰ ਇਹਦਾ ਮਤਲਬ ਨਹੀਂ ਕੋਈ। ਇਸ ਲਈ ਹਮੇਸ਼ਾ ਕਹੀਦਾ ਹੈ ਕਿ ਇਹ ਬਹਾਨੇ ਨੇ ਜ਼ਰੂਰ ਸਾਰੇ। ਜਦੋਂ ਮਰਜ਼ੀ ਅਸੀਂ ਸਤਿਗੁਰਾਂ ਦੇ ਦਰਬਾਰ 'ਚ ਆ ਸਕਦੇ ਹਾਂ, ਉਹਦੇ ਵਾਸਤੇ ਉਹਨਾਂ ਨੇ ਕੋਈ ਖਾਸ ਸਮਾਂ ਨਿਯੁਕਤ ਨਹੀਂ ਕੀਤਾ। ਪਰ ਸਿਰਫ ਇੱਥੋਂ ਤੱਕ ਜਿਹੜਾ ਸੋਚ ਲੈਣਾ ਕਿ ਠੀਕ ਹੈ, ਚਲੋ ਇੱਕ ਹਾਸੇ ਮਜ਼ਾਕ ਨਾਲ, ਜਾਂ ਵੈਸੇ ਅਸੀਂ ਜ਼ਰੂਰ ਕਹਿ ਦਿੰਦੇ ਹਾਂ ਕਿ ਪਟਾਕੇ ਚਲਾਵਾਂਗੇ ਜਾਂ ਆਹ ਕਰਾਂਗੇ, ਖਾਵਾਂ ਪੀਵਾਂਗੇ, ਇਹ ਇੱਕ ਵੈਸੇ ਚਲੋ, ਪਰ ਅੰਦਰ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਇਸ ਕੰਮ ਵਾਸਤੇ ਨਹੀਂ ਆਉਂਦੇ। ਠੀਕ ਹੈ ਨਾ। ਅਤੇ ਇਸ ਲਈ ਅੱਛੀ ਤਰ੍ਹਾਂ ਇਹਦਾ ਮਤਲਬ ਸਮਝੀਏ ਕਿ ਪਿੱਛੇ ਵੀ ਦੱਸਿਆ ਸੀ ਕਿ ਅੱਜ ਦੇ ਦਿਨ ਵਾਸਤੇ ਕਿੰਨੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਪਹਿਲਾਂ ਸਾਡੇ ਘਰਾਂ ਦੇ ਵਿੱਚ ਸਫਾਈਆਂ, ਕਲੀਆਂ, ਜੋ ਕਬਾੜ ਵਗੈਰਾ ਕੱਢ ਕੇ ਬਾਹਰ ਸੁੱਟ ਦਿੰਦੇ ਹਾਂ। ਨਵੇਂ ਨਵੇਂ ਬਰਤਨ ਵੀ ਲਿਆਉਂਦੇ ਹਾਂ, ਨਵੇਂ ਕੱਪੜੇ, ਨਵੀਆਂ ਚੀਜ਼ਾਂ ਮਤਲਬ ਘਰ ਦੇ ਵਿੱਚ ਲਿਆਉਂਦੇ ਹਾਂ। ਮੈਨੂੰ ਪਿੱਛੇ ਕਿਸੇ ਬੱਚੇ ਦਾ ਮੈਸੇਜ ਵੀ ਆਇਆ ਸੀ ਸ਼ਾਇਦ। ਉਸ ਬੱਚੇ ਨੇ ਕਿਹਾ ਕਿ ਅੱਛਾ, ਇਸੇ ਤਰ੍ਹਾਂ ਦਾ ਸੀ ਕਿ ਗੁਰੂ ਮਹਾਰਾਜ ਜੀ ਅੱਜ ਅਸੀਂ ਘਰ ਦੀ ਸਫਾਈ ਸ਼ੁਰੂ ਕਰਨ ਲੱਗੇ ਹਾਂ। ਘਰ ਦੀ ਸਫਾਈ ਸ਼ੁਰੂ ਕਰਨ ਲੱਗੇ ਹਾਂ, ਅਤੇ ਕਹਿੰਦੇ ਮੈਨੂੰ ਉਹ ਵਚਨ ਯਾਦ ਆਏ, ਅਤੇ ਗੁਰੂ ਮਹਾਰਾਜ ਜੀ ਦਇਆ ਕਰੋ ਕਿ ਘਰ ਦੀ ਸਫਾਈ ਤਾਂ ਅਸੀਂ ਸ਼ੁਰੂ ਕਰਨ ਲੱਗੇ ਹਾਂ, ਮਨ ਦੀ ਸਫਾਈ ਹੁਣ ਜਿਹੜੀ ਆ ਇਹ ਤੁਸੀਂ ਕਰਵਾ ਦਿਓ। ਮੈਂ ਕਈ ਵਾਰ ਦੱਸਿਆ ਹੈ ਕਿ ਠੀਕ ਹੈ, ਐਸਾ ਕੋਈ ਚੀਜ਼ ਨਹੀਂ ਹੈਗੀ ਕਿ ਸਾਡਾ ਕੰਮ ਕਿਸੇ ਨੇ ਹੋਰ ਨੇ ਕਰਨਾ ਹੈ। ਹਰ ਇੱਕ ਕੰਮ ਜਿਹੜਾ ਹੈ ਇਹ ਕਰਮ ਦੀ ਭੂਮੀ 'ਚ ਅਸੀਂ ਆਏ ਹਾਂ, ਕਰਮ ਭੂਮੀ ਹੈ। ਇਹਦੇ ਵਿੱਚ ਕਰਮ ਕਰਨਾ ਸਾਡਾ ਫਰਜ਼ ਹੈ। ਜਿੰਨਾ ਜਿੰਨਾ ਕਰਮ ਅਸੀਂ ਕਰ ਸਕਦੇ ਕਰੀਏ। ਹਾਂ, ਅਸੀਂ ਕਰਮ ਕਰਾਂਗੇ ਤਾਂ ਸਾਡੀ ਕੋਈ ਮਦਦ ਵੀ ਕਰ ਦੇਗਾ। ਹੁਣ ਜੇ ਅਸੀਂ ਕਮਰੇ 'ਚ ਬੈਠੇ ਹੋਈਏ, ਹੁਣ ਜਿਸ ਤਰ੍ਹਾਂ ਅਸੀਂ ਕਈ ਵਾਰੀ ਦੇਖਦੇ ਹਾਂ ਸੜਕਾਂ ਦੇ ਉੱਤੇ ਬੱਸ ਲੰਘਦੀ ਏ, ਅਤੇ ਲੋਕ ਘਰਾਂ 'ਚੋਂ ਨਿਕਲ ਕੇ ਸੜਕ 'ਤੇ ਖੜ੍ਹੇ ਹੁੰਦੇ ਆ ਜਾਣ ਵਾਸਤੇ, ਬੱਸ ਨੂੰ ਹੱਥ ਦਿੰਦੇ ਨੇ, ਬੱਸ ਰੁਕਦੀ ਏ, ਚੜ੍ਹ ਕੇ ਚਲੇ ਜਾਂਦੇ ਨੇ ਜਿੱਧਰ ਜਾਣਾ। ਪਰ ਇਹ ਨਹੀਂ ਹੈ ਕਿ ਕਮਰੇ ਦੇ ਅੰਦਰ ਬੈਠੇ ਹੋਈਏ, ਆਰਾਮ ਨਾਲ ਲੇਟੇ ਹੋਈਏ, ਬੱਸ ਵਾਲੇ ਨੂੰ ਆਪੇ ਆਊਗਾ, ਮੈਨੂੰ ਲੈ ਜਾਏਗਾ ਆਣ ਕੇ। ਇਸ ਤਰ੍ਹਾਂ ਨਹੀਂ ਹੁੰਦਾ। ਤਿਆਰੀ ਕਰਕੇ ਅਸੀਂ ਸਟੇਸ਼ਨਾਂ 'ਤੇ ਜਾਂਦੇ ਹਾਂ, ਏਅਰਪੋਰਟ 'ਤੇ ਜਾਂਦੇ ਹਾਂ, ਤਿਆਰੀ ਕਰਕੇ ਉੱਥੇ ਬੈਠਦੇ ਹਾਂ ਅਤੇ ਸਾਨੂੰ ਮਦਦ ਮਿਲ ਜਾਂਦੀ ਹੈ। ਇਸੇ ਤਰ੍ਹਾਂ ਪਰਮਾਰਥ ਦੇ ਰਸਤੇ 'ਤੇ ਚੱਲਣ ਵਾਸਤੇ ਜੇ ਤਾਂ ਅਸੀਂ ਤਿਆਰ ਹੋਈਏ, ਤਿਆਰੀ ਹੋਏਗੀ, ਫਿਰ ਮਦਦ ਜ਼ਰੂਰ ਮਿਲੇਗੀ। ਉਸ ਪਰਮਾਤਮਾ ਨੇ, ਪਰਮੇਸ਼ਵਰ ਨੇ ਐਸੀ ਇੱਕ ਜਿਹੜੀ ਆ ਨਿਯਮ ਐਸਾ ਬਣਾਇਆ ਹੈ ਕਿ ਬਈ ਕੋਈ ਵੀ ਚਾਹੇ, ਜਿਹੜਾ ਚਾਹੁੰਦਾ ਹੈ ਉਹ ਉਸ ਸਾਗਰ ਦੇ ਵਿੱਚ ਡੁਬਕੀ ਲਗਾ ਸਕਦਾ ਹੈ। ਲੇਕਿਨ ਜੇ ਅਸੀਂ ਬਾਹਰ ਦਾ ਹੀ ਸਿਰਫ ਇੱਕ ਦੇਖ ਲਈਏ ਕਿ ਨਹੀਂ, ਇੱਕ ਦੂਜੇ ਨਾਲ ਕਿਸੇ ਵੀ, ਅਸੀਂ ਅੱਜ ਹਰ ਇੱਕ ਕੰਮ ਜਿਹੜਾ ਹੈ ਝਗੜੇ ਵਾਸਤੇ ਖੜ੍ਹਾ ਕੀਤਾ ਹੈ। ਕੋਈ ਵੀ ਚੀਜ਼ ਜਿਹੜੀ ਹੈ ਉਹਨੂੰ ਅਸੀਂ ਤਰਕ ਵਾਲੇ ਪਾਸੇ ਜਾਂ ਦੂਸਰੇ ਲੜਾਈ ਝਗੜੇ ਵਾਲੇ ਪਾਸੇ ਹੀ ਲੈ ਕੇ ਜਾਂਦੇ ਹਾਂ। ਲੇਕਿਨ ਅੱਜ ਦੇ ਦਿਨ ਜਿਸ ਤਰ੍ਹਾਂ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨੀ ਹੈ, ਲੋਕ ਅਲੱਗ ਅਲੱਗ ਤਰੀਕਿਆਂ ਦੇ ਨਾਲ ਪ੍ਰਾਰਥਨਾਵਾਂ, ਆਰਤੀਆਂ, ਪੂਜਾ ਪਾਠ ਕਰਦੇ ਨੇ।
कोई लक्ष्मी की पूजा करता है, कोई राम जी की पूजा करता है, कोई अपने अपने जो जो जिस तरह मैं दसिया कि कई तरह इनू त्यौहार नूं मनाउंदे ने। हर कोई अपना अपना वो नियम के नाल करता है। चलो कोई कोई भी बहाना होवे, कुछ करते तो है। हुण अलग अलग देवी देवतियां की पूजा जिहड़ी हुंदी है, लेकिन सानू सतगुरां ने एक ऐसा रस्ता दिता है कि जिथे उत्थे उन्होंने कहा कि गुरु पूजा में सबकी पूजा। जैसे स्वामी जी ने फरमाया कि गुरु की कर हरदम पूजा, गुरु समान कोई देव ना दूजा। सतगुरां ने कई बार फरमाया कि हाथी के पाँव में सबका पाँव। जिन्हें उस अपने गुरु की पूजा कर ली, उन्हें सारी देवी देवतियों की पूजा कर ली। कई बार लोग आम कह देंगे ने, घरों के असीं बड़ियां मूर्तियां कैलेंडर रखे होंगे ने, तो कोई थोड़ा बहुता उन्होंने कुछ कह दे कि इन्नियां फोटो इन्नियां, वो कहता सारे ही भगवान ने, सारिਆਂ ही असीं नमस्कार करते हैं। बई जिन्नी जिन्नी किसी को समझ है, जिन्नी जिन्नी उन्होंने अपने गुरु को शिक्षा मिली, उस हिसाब नाल वो ठीक है। असीं किसी नाल बहस बसाजा नहीं करना, पर जो सानू सतगुरां ने दस्सिया कि तुसीं अपने गुरु की पूजा कर लेंदे हो, तो बई दुनिया के की सारे संसार के जो भी ब्रह्मंड के देवी देवते जो भी सब तुसीं पूज ले। इसे करके उन्होंने फरमाया ना कि गुरु गोबिंद दो खड़े किसके लागों पाए, भले भारी गुरु अपने जिन गोबिंद दियो मिलाए। इसलिए अपने सतगुरां नूं अरदास बेनती जिहड़ी असीं करनी। हाँ, मन दे विच कई तरह के विचार जरूर होंदे ने। कई भ्रांतियां ने, जिन्ना जिन्ना सानू ज्ञान ने उस हिसाब नाल साडी उत्थों तक नज़र जाती है। लेकिन सतगुरां दे उस भंडार दे विचों असीं वो दया प्राप्त करनी है कि जिथे सानू सतगुर ले जाना चाहुंदे ने, असीं पहुँच सकीए उत्थे। हुण जिस तरह भ्रांतियां की गल कीती है कि अपने हुण असीं बेनती अरदास करनी है। हर एक बंदा अपने अपने तरीके दे नाल उन्होंने करता है। कई बार कुछ ऐसा भी मन च भरम हुंदा, जां कई बारी कोई कहणगे कि नहीं कुछ नहीं हैगा, छड्डो परा, खाओ पिओ ऐश करो। जिस तरह असीं कह दिंदे कि ये जग मिठा अगे किने डिठा। लेकिन मैं पहला ही स्टार्टिंग की थी कि तर्क जिहड़ा आ वो एक होर रस्ता है। ठीक है, थोड़ा बहुत असीं चलण वास्ते अपने मदद लैनी किसी चीज़ तो एक अलग गल है। कोई भी कहानी कोई साखी जिहड़ी है एक सानू दिशा देने वास्ते हुंदी है, ना कि सानू भटकना पाउण वास्ते। जिन्हें उस दिशा लैनी है उन्हें दिशा लै लैनी है, जिन्हें नहीं है, जिन्हें हर काम दे विच मेखमी नहीं कढ़नी है, उन्हें हर चीज़ों कढ़ लैनी है। जिन्ना मर्जी तुसीं जो मर्जी कर लवो। अपनी बिरती जिहड़ी है इस तरह की बनाइए कि एक जिस तरह कहते एक शहद की मक्खी कि वह फुलों पर बैठती है। दुनिया तो बहुत कुछ होर भी कई कुछ है, पर एक आम जिहड़ी मक्खी है वो सारा करके तो उस गंद पर बैठना पसंद करती है। तो अपने सतगुरां दे चरणों दे विच असीं बेनती अरदास अगे भी करते हैं, पर जिस तरह मैं हमेशा कहना है कि प्यार दे नाल भावना दे नाल जुड़ के ते सतगुरां दे अगे अरदास करिए। उन्होंने जो बेनती प्रार्थना सानू दिती है बहुत वधिया उहदे बचन ने। जे असीं समझ के असीं उहनूं करिए तो मेरा ख्याल है सानू होर कोई चीज़ की लोड़ नहीं हैगी। पर जिस तरह सतगुरां ने उहदे मंगलाचरण बेनती के शुरू दे विच वचन कुछ लिखवाए कि बई ये जिन्हां संतां महात्मावां दे वचन ने उन्हां दे हालत उन्हां दी हालत कुछ होर सी, उन्हां दे ये हिरदे की आवाज़ सी। जां उन्होंने फरमाया कि उन्हां दे हिरदे च सोच सी, सोच बाहरली नहीं, मतलब वो जिहड़ी भावना सी अंदर, तो उहदे नाल उन्होंने वो जिहड़ी वचन कीते ते वो उन्हां दी अपनी बेनती सी। असीं पढ़दे हां लेकिन पढ़न तक ना रह जावे, वो साडे हिरदे की आवाज़ बने। जो असीं बोलीए
ਉਹ ਭਾਵਨਾ ਦੇ ਨਾਲ ਅਸੀਂ ਬੋਲੀਏ, ਪਿਆਰ ਦੇ ਨਾਲ ਸਮਝ ਕੇ ਬੋਲੀਏ। ਅਤੇ ਜਿਸ ਤਰ੍ਹਾਂ ਵਾਕਈ ਹੀ ਉਹੀ ਫਿਰ ਬਚਨ ਜਿਹੜੇ ਨੇ, ਜਦੋਂ ਸਾਡੀ ਭਾਵਨਾ ਸਾਡੀ ਵੀ ਉਹੋ ਜਿਹੀ ਬਣ ਜਾਏਗੀ ਅਤੇ ਉਹ ਸਾਡੇ ਵੱਲੋਂ ਪ੍ਰਾਰਥਨਾ ਬੇਨਤੀ ਹੋ ਜਾਏਗੀ। ਅਤੇ ਜੇ ਸਾਡੀ ਉਹ ਭਾਵਨਾ ਨਹੀਂ ਬਣਦੀ ਤਾਂ ਫਿਰ ਉਹ ਤਾਂ ਕਿਸੇ ਦੀ ਹੈ, ਫਿਰ ਉਹ ਕਿਸੇ ਦੀ ਬੇਨਤੀ ਜੋ ਮਰਜ਼ੀ ਕੋਈ ਅਸੀਂ ਬੋਲੀਏ। ਜਿਸ ਤਰ੍ਹਾਂ ਅਸੀਂ ਕਿਸੇ ਇੱਕ ਦੂਸਰੇ ਦੇ ਕੱਪੜੇ ਪਾਏ ਹੋਣ, ਹੁਣ ਇੱਕ ਬੰਦਾ ਬਹੁਤ ਜਵਾਨ ਹੈ, ਬਹੁਤ ਮੋਟਾ ਹੈ, ਇੱਕ ਬੰਦਾ ਬਿਲਕੁਲ ਪਤਲਾ ਹੈ, ਹੁਣ ਕੱਪੜੇ ਕੋਈ ਬੜੇ ਵਧੀਆ ਕਿਸੇ ਦੇ ਹੋਣ, ਦੂਜਾ ਬੰਦਾ ਪਾ ਲੇ, ਉਹ ਉਨੇ ਫੱਬਦੇ ਨਹੀਂ ਹੈਗੇ। ਇਸੇ ਤਰ੍ਹਾਂ ਜੇ ਅਸੀਂ ਉਹਨਾਂ ਦੇ ਗਾਏ ਵਚਨ ਜੋ ਵੀ ਹੈ ਜਾਂ ਲਿਖੇ ਅਸੀਂ ਬੋਲਾਂਗੇ, ਜੇ ਤਾਂ ਅਸੀਂ ਭਾਵਨਾ ਨਾਲ ਬੋਲਾਂਗੇ ਤਾਂ ਫਿਰ ਤਾਂ ਉਹ ਫੱਬਦੇ ਕਰਦੇ। ਜੇ ਨਹੀਂ ਉਹ ਗੱਲ ਬਣਦੀ ਤਾਂ ਫਿਰ ਉਹ ਜਿਹੜੀ ਚੀਜ਼ ਹੈ ਇੱਕ ਬਗਾਨੇ, ਜਿਸ ਤਰ੍ਹਾਂ ਕਹਿੰਦੇ ਆ ਬਗਾਨਾ ਗਹਿਣਾ ਪਾਇਆ ਜਾਂ ਅੱਧਾ ਰੂਪ ਗਵਾਇਆ ਵਾਲੀ ਗੱਲ ਹੋ ਜਾਂਦੀ। ਫਿਰ ਨਾ ਅਸੀਂ ਇੱਧਰ ਰਹਿ ਜਾਂਦੇ ਨਾ ਉੱਧਰ ਰਹਿ ਜਾਂਦੇ। ਇਸ ਲਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਕਰੀਏ ਕਿ ਗੁਰੂ ਮਹਾਰਾਜ ਜੀ ਦਇਆ ਕਿਰਪਾ ਕਰੋ ਇਸ ਦੀਵਾਲੀ ਦੇ ਉੱਤੇ। ਠੀਕ ਹੈ, ਇੱਕ ਬਾਹਰ ਦੀਆਂ ਚੀਜ਼ਾਂ ਬਣੀਆਂ ਨੇ, ਜਿਸ ਤਰ੍ਹਾਂ ਹੁਣ ਚਲੋ ਅੱਜ ਕੱਲ੍ਹ ਇਲੈਕਟ੍ਰੋਨਿਕ ਚੀਜ਼ਾਂ ਆ ਗਈਆਂ ਨੇ, ਪਹਿਲਾਂ ਮੋਮਬੱਤੀਆਂ ਦੀਵੇ ਜਗਾਏ ਜਾਂਦੇ ਸੀ, ਪਰ ਦੇਖੋ ਜਿਹੜੀ ਸੱਚਾਈ ਹੈ ਉਹ ਸੱਚਾਈ ਹੈ। ਕਿੰਨੀ ਕਿੰਨੀ ਦੇਰ ਹੋ ਗਈ ਦੀਵੇ ਜਗਾਉਂਦਿਆਂ, ਲਾਈਟਾਂ ਜਗਾਉਂਦਿਆਂ ਕਰਦਿਆਂ, ਪਰ ਉਹ ਜਿਹੜਾ ਅੰਧਕਾਰ ਨਹੀਂ ਮਿਟਿਆ, ਮਨ ਦੇ ਅੰਦਰ ਜਿਹੜਾ ਅੰਧੇਰਾ ਹੈ ਉਹ ਨਹੀਂ ਮਿਟਿਆ। ਇਹ ਅਸਲ ਦੇ ਵਿੱਚ ਤਾਂ ਕੋਈ ਨਾ ਕੋਈ ਸੇਧ ਦੇਣ ਵਾਸਤੇ ਸੀ, ਜਿੱਦਾਂ ਅੱਜ ਮੱਸਿਆ ਵਾਲੇ ਦਿਨ ਇਹ ਦੀਵਾਲੀ ਮਨਾਈ ਜਾਂਦੀ ਹੈ ਅਤੇ ਅੱਜ ਬਾਹਰ ਬਿਲਕੁਲ ਅੰਧੇਰਾ ਹੁੰਦਾ ਹੈ। ਅਤੇ ਅੰਧੇਰੇ ਦੇ ਵਿੱਚ ਸਭ ਨੂੰ ਪਤਾ ਹੈ ਕੀ ਹੁੰਦਾ ਹੈ, ਅੰਧੇਰੇ ਦੇ ਵਿੱਚ ਠੋਕਰ ਲੱਗਦੀ ਹੈ, ਠੋਕਰਾਂ ਲੱਗਦੀਆਂ। ਇਸ ਕਰਕੇ ਦੀਵਾ ਜਗਾ ਕੇ ਅਤੇ ਉਚਾਨਣ ਕੀਤਾ ਜਾਂਦਾ ਸੀ ਕਿ ਬਈ ਕਿਸੇ ਨੂੰ ਠੋਕਰ ਨਾ ਲੱਗੇ, ਜਾਂ ਸਾਨੂੰ ਅਸੀਂ ਆਪਣੇ ਵਾਸਤੇ ਦੀਵਾ ਜਗਾ ਕੇ ਇਸ ਤਰ੍ਹਾਂ ਲੈ ਕੇ ਲੋਕ ਲੈਂਪ ਲੈ ਕੇ ਚੱਲਦੇ ਸੀ ਕਿ ਠੇਡਾ ਨਾ ਲੱਗ ਜਾਵੇ ਕਿਤੇ। ਲੇਕਿਨ ਜਦੋਂ ਤੱਕ ਇਹਦੇ ਬਾਹਰ ਦੀ ਗੱਲ ਆ ਗਈ, ਬਾਹਰ ਦੇ ਇੱਕ ਚਾਨਣ ਵਾਸਤੇ, ਪਰ ਜਿਸ ਤਰ੍ਹਾਂ ਮੈਂ ਕਈ ਵਾਰੀ ਕਿਹਾ ਹੈ ਕਿ ਇਹ ਬਾਹਰ ਦੇ ਦੀਵੇ ਜਗਾ ਕੇ ਵੀ ਠੇਡੇ ਅਸੀਂ ਫਿਰ ਵੀ ਖਾਂਦੇ ਪਏ ਹਾਂ, ਠੇਡੇ ਫਿਰ ਵੀ ਲੱਗਦੀ ਪਈ ਆ, ਸੱਟਾਂ ਲੱਗਦੀਆਂ ਪਈਆਂ ਨੇ। ਅਤੇ ਸਤਿਗੁਰਾਂ ਦੇ ਚਰਨਾਂ, ਕਿਉਂਕਿ ਵਿਸ਼ਵਾਸ ਜਾਂ ਭਰੋਸਾ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਹੁਣੇ, ਕਈ ਵਾਰ ਇਸ ਤਰ੍ਹਾਂ ਹੁੰਦਾ ਹੈ। ਇੱਕ ਵਾਰੀ ਇੱਕ ਮਹਾਤਮਾ ਦੋ ਜਿਹੜੇ ਸੀ ਕਿਤੇ ਚਲੇ ਗਏ ਅਤੇ ਕਿਸੇ ਪਿੰਡ ਦੇ ਵਿੱਚ ਰੁਕੇ, ਉੱਥੇ ਥੋੜ੍ਹੀ ਦੇਰ ਰੁਕੇ, ਪਿੰਡ ਵਾਲੇ ਆ ਗਏ ਉੱਥੇ ਕਿ ਦੇਖ ਕੇ ਉਹਨਾਂ ਨੂੰ ਕਿ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਸੰਤ ਆਏ ਨੇ ਅਤੇ ਚਲੋ ਅੱਜ ਸਤਸੰਗ ਹੋਏਗਾ, ਅੱਜ ਬੈਠਾਂਗੇ, ਅੱਜ ਕਰਾਂਗੇ। ਹੌਲੀ ਹੌਲੀ 2 4 10 ਕਰਦਿਆਂ ਕਰਦਿਆਂ ਕੋਈ ਸੰਗਤ ਇਕੱਠੀ ਹੋ ਗਏ, ਬੈਠ ਗਏ, ਸਾਰੇ ਉਹਨਾਂ ਦੇ ਚਰਨ ਸਪਰਸ਼ ਕੀਤੇ ਅਤੇ ਕਹਿਣ ਲੱਗੇ ਮਹਾਤਮਾ ਜੀ ਅੱਜ ਫਿਰ ਤੁਸੀਂ ਆਏ ਹੋ, ਅੱਜ ਫਿਰ ਕੋਈ ਸਤਸੰਗ ਹੋ ਜਾਵੇ। ਉਹ ਚੁੱਪ ਕੀਤੇ ਰਹੇ, ਕਹਿੰਦੇ ਮਹਾਰਾਜ ਜੀ ਕੋਈ ਸੁਣਾਓ ਗੱਲ, ਉਸ ਭਗਵਾਨ ਦੀ ਕੋਈ ਰੱਬ ਦੀ ਗੱਲ ਸੁਣਾਓ। ਅਤੇ ਇੱਕ ਮਹਾਤਮਾ ਜਿਹੜੇ ਸੀ ਵਿੱਚੋਂ ਕਹਿਣ ਲੱਗੇ ਕੁਛ ਨਹੀਂ ਹੁੰਦਾ, ਰੱਬ ਰੁੱਬ ਕੋਈ ਨਹੀਂ ਹੈਗਾ। ਕਿਉਂਕਿ ਅਲੱਗ ਅਲੱਗ ਬੰਦੇ ਆਏ ਸੀ, ਕਿਸੇ ਨੇ ਆਪਣੇ ਕਿਸੇ ਨੇ ਕਿਹਾ ਰਾਮ ਦੀ ਗੱਲ ਸੁਣਾਓ, ਕਿਸੇ ਨੇ ਕੋਈ ਕਹਿੰਦੇ ਕੋਈ ਨਹੀਂ ਹੈਗਾ। ਸਾਰੇ ਬੜੇ ਹੈਰਾਨ ਕਿ ਇਹ ਕੀ ਕਹਿੰਦੇ ਪਏ ਨੇ, ਕੋਈ ਰੱਬ ਰੁੱਬ ਨਹੀਂ ਹੈਗਾ, ਕੋਈ ਭਗਵਾਨ ਨਹੀਂ ਹੈਗਾ। ਸਾਰੇ ਜਣੇ ਹੁਣ ਜਦੋਂ ਉਹ ਕਹਿ ਰਹੇ ਤੇ ਸਾਰੇ ਆਰਾਮ ਨਾਲ ਬੈਠ ਕੇ ਕਿ ਸੁਣੋ। ਜਿਹੜੇ ਨਾਲ ਦੇ ਮਹਾਤਮਾ ਉਹ ਵੀ ਕਹਿਣ ਲੱਗੇ ਕਿ ਇਹਨਾਂ ਨੇ ਕੀ ਸ਼ੁਰੂ ਕਰ ਦਿੱਤਾ। ਚਲੋ ਬੈਠ ਕੇ ਕਹਿੰਦੇ ਸੁਣੋ, ਸੁਣਦੇ ਹਾਂ ਕੀ ਕਰਦੇ ਅੱਗੇ। ਉਹ ਕਹਿਣ ਲੱਗੇ, ਮਹਾਤਮਾ ਕਹਿਣ ਲੱਗੇ ਉਹਨੂੰ ਕਿ ਮੈਂ ਸੱਚ ਕਹਿ ਰਿਹਾ, ਕੁਛ ਨਹੀਂ ਹੁੰਦਾ। ਕਹਿੰਦੇ ਤੁਸੀਂ ਬੈਠੇ ਹੋ ਸਾਰੇ, ਤੁਸੀਂ ਦੇਖੋ ਕਿ ਕੋਈ ਕਿਸੇ ਦੇ ਕੋਈ ਨਾਮ ਲੈਂਦਾ ਹੈ, ਰਾਮ, ਕੋਈ ਕਿਸੇ ਤਰ੍ਹਾਂ ਕੁਛ ਵੀ, ਅਤੇ ਪਰ ਮੈਂ ਕਹਿ ਦਿੱਤਾ ਨਾ ਕੋਈ ਨਹੀਂ ਕੁਛ ਹੈਗਾ। ਉਹ ਕਹਿੰਦੇ ਕਿ ਮਤਲਬ ਅੰਦਰ ਅੰਦਰ ਵਿਚਾਰ ਹੋ ਗਏ ਸਾਰਿਆਂ ਦੇ ਕਿ ਕਿਸ ਤਰ੍ਹਾਂ ਹੋ ਸਕਦਾ ਹੈ। ਜਦੋਂ ਬੈਠੇ ਸਾਰੇ ਜਣੇ, ਕਹਿਣ ਲੱਗਾ ਮੈਂ ਸਾਬਤ ਕਰ ਦੇਣਾ। ਕਹਿੰਦਾ ਤੁਸੀਂ ਅੱਖਾਂ ਬੰਦ ਕਰੋ ਸਾਰੇ ਜਣੇ। ਸਾਰਿਆਂ ਨੂੰ ਕਹਿੰਦੇ ਅੱਖਾਂ ਬੰਦ ਕਰੋ, ਸਾਰਿਆਂ ਨੇ ਅੱਖਾਂ ਬੰਦ ਕਰ ਲਈਆਂ। ਕਹਿੰਦਾ ਹੁਣ ਮੈਂ ਜੋ ਜੋ ਕੰਮ ਬੋਲਾਂਗਾ ਬਸ ਤੁਸੀਂ ਉਹਦੀ ਤਸਵੀਰ ਲੈ ਕੇ ਆਉਣਾ ਅੱਗੇ। ਉਹ ਕਹਿੰਦੇ ਠੀਕ ਹੈ ਜੀ। ਉਹ ਕਹਿਣ ਲੱਗੇ ਕਿ ਘੋੜਾ,
ਹੁਣ ਸਾਰਿਆਂ ਨੇ ਘੋੜਾ ਵੇਖਿਆ, ਸਾਰਿਆਂ ਦੇ ਅੱਖਾਂ 'ਚ ਤਸਵੀਰ ਆ ਗਈ ਕਿ ਹਾਂ ਬਈ ਘੋੜਾ। ਫਿਰ ਉਹ ਕਹਿਣ ਲੱਗੇ ਗਧਾ, ਸਾਰਿਆਂ ਦੇ ਅੱਖਾਂ 'ਚ ਅੱਗੇ ਤਸਵੀਰ ਆ ਗਈ ਕਿ ਗਧਾ। ਫਿਰ ਉਹਨਾਂ ਨੇ ਕਿਹਾ ਬੱਕਰੀ। ਹੁਣ ਅਸੀਂ ਵੀ ਸਾਰਿਆਂ ਨੇ ਦੇਖੀ, ਸਾਰਿਆਂ ਦੇ ਅੱਖਾਂ ਦੇ ਅੱਗੇ ਇੱਕੋ ਤਸਵੀਰ ਹੀ ਆ ਰਹੀ ਹੈ ਨਾ ਸਾਰੀ, ਕਿ ਵੱਖਰੀ ਵੱਖਰੀ ਆ ਰਹੀ ਹੈ। ਜੋ ਅਸੀਂ ਪੜ੍ਹਿਆ, ਜੋ ਅਸੀਂ ਵੇਖਿਆ, ਉਹੀ ਤਸਵੀਰਾਂ ਆ ਰਹੀਆਂ ਨੇ। ਜਦੋਂ ਉਹਨਾਂ ਨੇ ਇਹ 4 5 6 ਨਾਮ ਇਸ ਤਰ੍ਹਾਂ ਦੇ ਲਏ ਅਤੇ ਸਾਰਿਆਂ ਦੇ ਜੋ ਜੋ ਚੀਜ਼ਾਂ ਕਿ ਜਦੋਂ ਉਹਨੇ ਕਿਹਾ ਭਗਵਾਨ ਜਾਂ ਰਾਮ ਜਾਂ ਕੁਛ ਵੀ, ਅਤੇ ਭਗਵਾਨ ਜਦੋਂ ਕਿਹਾ, ਅੱਲਾ ਕਿਹਾ, ਅਤੇ ਸਾਰਿਆਂ ਨੇ ਅੱਖਾਂ ਬੰਦ ਕਰਕੇ ਬੈਠੇ ਸੀ। ਕਹਿੰਦੇ ਹੁਣ ਖੋਲ੍ਹੋ ਅੱਖਾਂ। ਕਹਿਣ ਲੱਗੇ ਕਿ ਤੁਸੀਂ ਕੀ ਤੁਹਾਡੇ ਸਾਹਮਣੇ ਫੋਟੋ ਆਈ? ਕਿਸੇ ਨੇ ਕਿਹਾ ਮੇਰੇ ਸਾਹਮਣੇ ਰਾਮ ਦੀ, ਕਿਸੇ ਨੇ ਕਿਹਾ ਮਾਤਾ ਦੀ, ਕਿਸੇ ਨੇ ਕਿਹਾ ਹਨੂੰਮਾਨ, ਕਿਸੇ ਨੇ ਕਿਹਾ ਸ਼ਿਵ ਜੀ। ਕਹਿੰਦਾ ਜਦੋਂ ਮੈਂ ਘੋੜਾ ਕਿਹਾ ਸੀ ਉਦੋਂ, ਕਹਿੰਦੇ ਉਦੋਂ ਤਾਂ ਇੱਕੋ ਹੀ ਆਈ ਸੀ ਸਾਰਿਆਂ ਦੇ ਸਾਹਮਣੇ। ਜਦੋਂ ਕਿਹਾ ਸੀ ਗਧਾ, ਉਦੋਂ ਵੀ ਇੱਕੋ ਹੀ ਆਈ ਸੀ। ਅਤੇ ਕਹਿੰਦੇ ਕਿ ਭਗਵਾਨ ਦੱਸੋ ਕਿੰਨੇ ਆ? ਕਹਿੰਦੇ ਭਗਵਾਨ ਇੱਕ ਆ। ਇਹ ਤਾਂ ਆਮ ਜਿਹਨੂੰ ਮਰਜ਼ੀ ਬੱਚੇ ਨੂੰ ਵੀ ਪੁੱਛ ਲਓ, ਰਟੀ ਰਟਾਏ ਜਵਾਬ ਨੇ ਸਭ ਦੇ, ਈਸ਼ਵਰ ਇੱਕ ਹੈ, ਭਗਵਾਨ ਇੱਕ ਹੈ, ਅੱਲਾ ਇੱਕ ਹੈ। ਕਹਿੰਦਾ ਫਿਰ ਜਦੋਂ ਮੈਂ ਤੁਹਾਨੂੰ ਕਿਹਾ ਕਿ ਭਗਵਾਨ ਜਾਂ ਅੱਲਾ, ਉਦੋਂ ਤੁਹਾਡੇ ਇੱਕ ਫੋਟੋ ਕਿਉਂ ਨਹੀਂ ਆਈ ਸਾਰਿਆਂ ਦੇ ਸਾਹਮਣੇ? ਕਹਿੰਦਾ ਹੈ ਨਹੀਂ ਕੁਛ ਵੀ, ਤੁਹਾਨੂੰ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੁਛ ਨਹੀਂ ਹੈਗਾ, ਇਹ ਸਭ ਆਪਣੀਆਂ ਗੱਲਾਂ ਬਣਾਈਆਂ ਨੇ, ਕੁਛ ਨਹੀਂ ਹੈਗਾ। ਸਾਰਿਆਂ ਦੇ ਮਨ 'ਚ ਕੋਈ ਨਾ ਕੋਈ ਵਹਿਮ ਭਰਮ ਥੋੜ੍ਹਾ ਬਹੁਤਾ ਹੁੰਦਾ ਹੀ ਹੈ ਅੱਗੇ। ਉਹ ਕਹਿਣ ਲੱਗੇ ਧੰਨ ਧੰਨ ਮਹਾਂਪੁਰਸ਼ੋ, ਤੁਸੀਂ ਤਾਂ ਵਾਕਈ ਅੱਜ ਕਲੀਅਰ ਹੀ ਕਰਤਾ, ਵਾਕਈ ਕੁਛ ਨਹੀਂ ਹੈਗਾ। ਹੁਣ ਇਸ ਗੱਲ ਨੂੰ ਬੜਾ ਸੌਖਾ, ਬੜਾ ਵਧੀਆ। ਸਾਰੇ ਕਹਿਣ ਲੱਗੇ, ਉੱਠ ਕੇ ਸਾਰੇ ਨਮਸਕਾਰ ਕਰਨ ਲੱਗੇ, ਮਹਾਰਾਜ ਜੀ ਅੱਜ ਤਾਂ ਕਮਾਲ ਹੀ ਕਰਤੀ ਤੁਸੀਂ, ਸਾਨੂੰ ਤਾਂ ਅੱਗੇ ਨਹੀਂ ਵਹਿਮ ਬੜਾ ਹੈ, ਅੱਗੇ ਲੱਗਦਾ ਹੀ ਐਵੇਂ ਲੱਗੇ ਹਾਂ, ਪਰ ਅੱਜ ਤੁਸੀਂ ਕਲੀਅਰ ਕਰਤਾ ਕਿ ਹੈ ਨਹੀਂ ਕੁਛ ਵੀ। ਜਿਹੜੇ ਦੂਸਰੇ ਮਹਾਤਮਾ ਲਾਗੇ ਬੈਠੇ ਉਹ ਕਹਿਣ ਲੱਗੇ ਕਿ ਇਹ ਕੀ ਗੱਲ ਹੋਈ, ਮਤਲਬ ਕਿ ਕਿੱਦਾਂ ਦਾ ਇਹਨਾਂ ਨੇ ਕਰ ਦਿੱਤੀ। ਫਿਰ ਉਹ ਕਹਿਣ ਲੱਗੇ ਕਿ ਚਲੋ ਬੈਠੋ ਬੈਠੋ। ਬਿਠਾਇਆ ਉਹਨਾਂ ਨੂੰ, ਕਹਿਣ ਲੱਗੇ ਕਿ ਮਿਸ ਹੈਗਾ ਹੈ ਭਗਵਾਨ। ਪਰ ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਕੋਈ ਤਰਕ ਜਾਂ ਕੋਈ ਚੀਜ਼ਾਂ ਸਾਡੇ ਗੱਲਾਂ ਕਰਨ ਵਾਲੇ ਕਈ ਗੱਲਾਂ ਬਣਾ ਦਿੰਦੇ। ਉਹ ਕਹਿਣ ਲੱਗੇ ਕਿ ਬਾਕੀ ਵੀ ਉਹਨੇ ਫਿਰ ਇਸੇ ਤਰ੍ਹਾਂ ਹੀ ਕੀਤਾ। ਉਹ ਕਹਿਣ ਲੱਗੇ ਅੱਖਾਂ ਬੰਦ ਕਰਕੇ ਫਿਰ ਬੈਠੋ ਸਾਰੇ। ਉਹਨਾਂ ਨੇ ਵੀ ਉਹ ਗੱਲ ਸ਼ੁਰੂ ਕੀਤੀ, ਕਹਿੰਦੇ ਬੋਲੋ ਘੋੜਾ। ਫਿਰ ਉਹੀ 2 4 ਨਾਮ ਲਏ, ਕਦੀ ਬੱਕਰੀ, ਕਦੀ ਗਧਾ। ਫਿਰ ਕਹਿੰਦੇ ਲਾਸਟ 'ਤੇ ਕੀ ਨਾਮ ਲਿਆ? ਕਹਿੰਦੇ ਬਾਪ, ਪਿਓ, ਠੀਕ ਹੈ ਨਾ। ਜਦੋਂ ਹੁਣ ਪਿਓ ਕਿਹਾ ਉਸ ਤੋਂ ਬਾਅਦ ਕਹਿੰਦੇ ਹਾਂਜੀ ਖੋਲ੍ਹੋ ਅੱਖਾਂ। ਕਹਿੰਦੇ ਜਦੋਂ ਮੈਂ ਘੋੜਾ ਕਿਹਾ ਸੀ ਕੀ ਨਜ਼ਰ ਆਇਆ? ਕਹਿੰਦੇ ਸਾਰਿਆਂ ਨੂੰ ਘੋੜਾ ਨਜ਼ਰ ਆਇਆ। ਜਦੋਂ ਬਾਕੀ ਸਾਰੀਆਂ ਚੀਜ਼ਾਂ ਦਾ ਪੁੱਛਿਆ, ਜਦੋਂ ਕਹਿੰਦਾ ਮੈਂ ਕਿਹਾ ਬਾਪ, ਕਹਿੰਦੇ ਸਾਰਿਆਂ ਨੂੰ ਇੱਕੋ ਫੋਟੋ ਨਜ਼ਰ ਆਈ? ਕਹਿੰਦੇ ਨਹੀਂ। ਕਹਿੰਦਾ ਬਾਪ ਤਾਂ ਬਾਪ ਹੀ ਹੁੰਦਾ ਹੈ, ਤੁਹਾਨੂੰ ਫੋਟੋ ਇੱਕ ਕਿਉਂ ਨਹੀਂ? ਕਹਿੰਦੇ ਕਿਉਂ ਨਹੀਂ ਨਜ਼ਰ ਆਈ? ਕਹਿੰਦੇ ਨਹੀਂ ਜੀ, ਸਾਡਾ ਬਾਪ ਆਏ, ਸਾਡਾ ਇਹ ਹੈ, ਸਾਨੂੰ ਆਪਣੇ ਆਪਣੇ ਬਾਪ ਦੀ ਨਜ਼ਰ ਆਈ। ਕਹਿੰਦਾ ਬਸ ਇਹੋ ਹੀ ਗੱਲ ਹੈ। ਬਾਪ ਜਿਸ ਤਰ੍ਹਾਂ ਅਸੀਂ ਬਾਹਰੋਂ ਕਹਿ ਦਿੱਤਾ ਕਿ ਬਾਪ ਤਾਂ ਉਹੀ ਬਾਪ ਹੀ ਹੁੰਦਾ ਹੈ, ਪਿਓ ਪਿਓ ਹੀ ਹੁੰਦਾ ਹੈ, ਲੇਕਿਨ ਜਿਸ ਤਰੀਕੇ ਨਾਲ, ਜਿਸ ਤਰ੍ਹਾਂ ਜਿੱਥੇ ਅਸੀਂ ਜੁੜੇ ਹਾਂ, ਜਿੱਥੇ ਜਿੱਥੇ ਅਸੀਂ ਉਸ ਨੂੰ ਕਰ ਰਹੇ ਹਾਂ, ਉਹ ਮੂਰਤ ਦੇ ਵਿੱਚ, ਉਸ ਸਰੂਪ ਦੇ ਵਿੱਚ ਸਾਨੂੰ ਉਹਦੀ ਪਛਾਣ ਮਿਲਦੀ ਹੈ। ਲੇਕਿਨ ਅਸੀਂ ਹਮੇਸ਼ਾ ਹੀ ਇਸ ਚੀਜ਼ ਨੂੰ ਕੱਟਦੇ ਰਹਿੰਦੇ ਹਾਂ, ਦੂਸਰੇ ਦੇ ਪਿਓ ਨਾਲ, ਇਹ ਪਿਓ ਹੈ, ਇਹ ਕਾਹਦਾ ਪਿਓ ਹੈ? ਸਾਡਾ ਪਿਓ ਪਿਓ ਹੈ। ਹਰ ਇੱਕ ਬੰਦਾ ਇਸ ਚੀਜ਼ ਨੂੰ ਲੱਗਾ ਹੈ। ਇਹ ਮੂਰਖਤਾ ਵਾਲੀ ਗੱਲ ਕਿ ਮੂਰਖਤਾ ਕਰ ਰਹੇ ਸੀ। ਇਸੇ ਕਰਕੇ ਜਿਹੜੀ ਅੰਧੇਰੇ ਦੀ ਗੱਲ ਕੀਤੀ ਹੈ ਕਿ ਦੀਵੇ ਬਹੁਤ ਜਗਾ ਰਹੇ ਹਾਂ, ਮੋਮਬੱਤੀਆਂ ਜਗਾ ਰਹੇ ਹਾਂ, ਸਭ ਕੁਝ ਲਾਈਟਾਂ ਜਗਾ ਰਹੇ ਹਾਂ, ਪਰ ਉਹ ਮਨ ਦੇ ਅੰਦਰ ਅੰਧੇਰਾ ਨਹੀਂ ਮਿਟ ਰਿਹਾ। ਜਦੋਂ ਤੱਕ ਗੁਰੂ ਦੇ ਨਾਮ ਵਾਲਾ ਦੀਵਾ ਨਹੀਂ ਜਗੇਗਾ, ਉਦੋਂ ਤੱਕ ਅੰਦਰ ਦਾ ਅੰਧੇਰਾ ਦੂਰ ਨਹੀਂ ਹੋਣਾ, ਉਦੋਂ ਤੱਕ ਠੋਕਰਾਂ ਜਿਹੜੀਆਂ ਲੱਗਦੀਆਂ ਰਹਿਣਗੀਆਂ। ਇਸ ਕਰਕੇ ਇਸ ਚੀਜ਼ ਨੂੰ ਸਮਝਣਾ ਹੈ ਕਿ ਨਹੀਂ, ਸਤਿਗੁਰਾਂ ਦੇ ਜਿਹੜੇ ਚਰਨਾਂ 'ਚ ਮੈਂ ਕਿਹਾ ਕਿ ਬੇਨਤੀ ਅਰਦਾਸ ਕਰੀਏ ਔਰ ਨਾਲ ਚੱਲਣਾ। ਜਿਸ ਤਰ੍ਹਾਂ ਕਿਹਾ ਕਿ ਕਮਰੇ 'ਚ ਬਹਿ ਕੇ ਨਹੀਂ, ਕਮਰੇ ਦਾ ਮਤਲਬ ਕਿ ਇੱਕ ਥਾਂ 'ਤੇ ਮਨ ਬੱਝਾ ਬੈਠਾ ਹੈ, ਮੈਂ ਤਾਂ ਨਿਕਲਣਾ ਨਹੀਂ ਬਾਹਰ, ਮੈਂ ਤਾਂ ਮੰਨਣਾ ਹੀ ਨਹੀਂ, ਜੋ ਮਰਜ਼ੀ ਬੋਲੀ ਜਾਓ,
मैं तो कहना ही अपनी गल ही करनी है, तो मैनू खड़ना तो इत्थों लै जाओ, गुरु होएगा मैनू आपे कर लूगा, गुरु होगा। गुरु महाराज ने फरमाना कि गुरु वेला नहीं बैठा किसी काम ते। साडे अंदर अहीं बाहर पुर कित्थे चल के जाना, अहीं कोई पहाड़ां च नहीं जाना, जंगलों च नहीं जाना, बस उस अंधेरे चों निकल के सतगुरां दे चरनां च बेनती करनी, अपने अंदर वो जिहड़ी भावना लियाउणी है सर। हाँ फिर जिथे मर्जी होवे गुरु फड़ लेगा इन्हूं, पर जे अंदर भावना नहीं आई तो फिर कोई फायदा नहीं, जिथे मर्जी होई है। इस करके सतगुर दया कृपा करन कि जिस तरह असी बाहर लाइट कर रहे हैं, दवा चला मोमबत्तियाँ दीवे जगा के कुछ, सतगुर दया कृपा करन कि साडे अंदर दे हनेरे मिटा के अंदर साडे लाइट करन। बाणी च भी एक ऐसा शब्द है और वह मतलब अपने अपने हिसाब के नाल सारे लगा लेंदे ने। गुरबाणी का कोई ऐसा शब्द है कि दीवे दिवाली दी रात दीवे बल, इस तरह करके, तो वो सानू ये प्रेरिया, इस दीवे बारे नहीं प्रेरिया गया। उन्होंने वो अगलियां जो असी वो लाइनां पढ़ते हैं तो उन्होंने दसिया कि ये जिहड़े दीवे असी बालते हैं की हुंदा है। असी हुण दीवे जगाने करके जां मोमबत्तियां दिन चढ़द्या नूं तेल खत्म, दीवे वेस्ट। फिर इसे तरह ही फुल खिड़दा है, वो भी अगले दिन इस तरह। पर वो जिहड़ा नाम वाला दीवा है वो एक अलग है, वो जे जग गया तो जिस तरह पलटू साहब ने फरमाया कि बिन तेल बिन बत्ती वो जगदा है, तो वो कोई हनेरियां तूफान उन्होंने फिर बुझा नहीं सकते। हुण ये दीविया हुण मान लो हवा चल पवे तो दीवे बुझने शुरू हो जाते हैं, पर वो जिहड़ा दीवा है वो फिर वो बड़ी जिन्ना मर्जी हनेरी तूफान आवे वो नहीं बुझदा, जे सतगुरां दी कृपा ने एक बार जग जाए। बस उन्होंने जगाउण वास्ते कीमत भी उस चीज़ की है। सिर्फ मैं पहला जिस तरह बेनती की है कि जदों असी कोई साखी कोई ऐसी कहानी कोई करते हैं तो असी पात्रां वाल नहीं होते, जां पात्र मतलब कि हाँ इदां किदां, जिस तरह पुरानियां कहानियां सुनते सी ना, तो वो आम एक गल हुंदी सी कि वो जंगल थानी लंघ रहा सी, वो किसी दरख्त थल्ले सुता, उपर तोता मैना बैठे सी, वो गल्लां करदे पे ही तोता मैना। उन्होंने इदां गल की तो मन चाहने लै तोता मैना ये किदां हो सकता बोली, मतलब नीवें पासे नहीं जाना। मतलब असी मेन समझना है वह मतलब की है, वह सानू समझाउण वास्ते उन्होंने कोई ना कोई उदाहरणा दित्तियां ने, ठीक है ना। पर वो जे उस चीज़ को समझ आईए तो बई जीवन जिहड़ा आ सोहना बन जाता है। इस तरह उन्होंने एक समझाउण वास्ते एक जगह होर दसिया कि जिस तरह अज दिवाली के असीं दीवियां की गल कर रहे हैं, पहलां उसे ते रखीए। कहंदे एक बंदा सी गरीब बेचारा, तो वो अपने घर चों निकलिया, दीवा जगाया उन्हें, तो बाहर जाके तो एक थड़ा जिहा सी, थड़े के उत्ते दीवा रखन लगा। उत्थे एक पहला एक बंदा बैठा सी, होर अमीर बंदा, वड्डा कह लीए, उच्ची जात वाला कह लीए, जो मर्जी, वो भी दीवा लैके बैठा सी अपना, उन्हें भी दीवा जगाया सी। वो कहन लगा उस बंदे नूं कि बई तू इत्थे दीवा नहीं जगा सकदा। वो कहंदा क्यों? कहंदा कि देख तेरी मेरी की बराबरी है, देखो दो इंसान ने, दोनों ही दीवे दोनों कोल ही ने। वो कहंदा इत्थे तू दीवा नहीं जगा सकदा। कहंदा देख मैं शाहूकार, मैं कुछ भी आपां कह दी उच्चा जां उच्ची जात वाला जां कुछ भी, कहंदा तू किस तरह मेरे बराबर दे इस तरह कर सकदा। मतलब उन्हें गरीब बंदे ने कहा कि देखो मैनू तो मंदिरां च तो भी वरतिया जाता है, किसी धार्मिक जगह पर भी नहीं मैनू अंदर आने दिता। मैं तो इस करके सोचा कि चल पिंड के बाहर मैं दीवा जगाना, इत्थे जगा दिना। वो कहंदा नहीं जो मर्जी है तू इत्थे नहीं जगा सकदा। वो बेचारा चला गया, थोड़ी देर बाद आया तो उन्हें वेख्या बंदा उत्थे नहीं हैगा। उन्हें कहा हुण तो है नहीं इत्थे। पहलां उहदे दिमाग च आई कि इहदा दीवा जिहड़ा पिया फड़ के सुੱਟ देवां तो अपना जगा दा, इत्थे तोड़ देवां इहनूं। फिर आया गल नहीं बननी, हो जी गल तो हैगी है बराबरी की। उन्हें की किया कि
ਆਪਣਾ ਦੀਵਾ ਵੀ ਜਿਹੜਾ ਸੀ ਨਾ ਉਹਦੇ ਲਾਗੇ ਰੱਖ ਦਿੱਤਾ। ਕਹਿਣ ਲੱਗਾ ਕਿ ਸਵੇਰੇ ਆ ਕੇ ਜਦੋਂ ਵੇਖੂਗਾ ਨਾ ਮੇਰਾ ਦੀਵਾ, ਤੇ ਅੰਦਰੋਂ ਅੰਦਰ ਹੋਊਗਾ ਕਿ ਲੈ ਜੀ ਦੁੱਖ ਹੋਊਗਾ, ਉਹਨੂੰ ਤਕਲੀਫ ਹੋਊਗੀ। ਹੁਣ ਉਹਨੂੰ ਦੀਵਾ ਜਗਾਏ ਨੇ ਦੀਵੇ ਵਾਸਤੇ। ਚਲੋ ਥੋੜ੍ਹਾ ਜਿਹਾ ਟਾਈਮ ਦੇ ਹਿਸਾਬ ਨਾਲ ਦੇਖੀ ਕਿ ਗੱਲ ਜਿਹੜੀ ਸਮਝਣੀ ਅਸੀਂ ਵਿੱਚ। ਕਹਿੰਦੇ ਉਹ ਹਵਾ ਚੱਲੀ, ਦੀਵਾ ਬੁਝ ਗਿਆ, ਦੋਵੇਂ ਦੀਵੇ ਉੱਥੇ ਪਏ ਨੇ। ਅਤੇ ਹੁਣ ਉਹ ਵੀ ਚੱਲ ਗਿਆ ਇਸ ਕਰਕੇ, ਅਤੇ ਦੀਵਿਆਂ ਦਾ ਸੰਵਾਦ ਸ਼ੁਰੂ ਹੋ ਗਿਆ ਆਪਸ ਦੇ ਵਿੱਚ। ਇੱਕ ਦੀਵਾ ਜਿਹੜਾ ਸੀ ਕਹਿਣ ਲੱਗਾ, ਜਿਹੜਾ ਵੱਡੇ ਵਾਲਾ ਅਮੀਰ ਵਾਲਾ ਦੀਵਾ, ਉਹਨੂੰ ਦੂਜੇ ਨੂੰ ਕਹਿੰਦਾ ਤੂੰ ਕਿੱਥੇ, ਤੂੰ ਮੇਰੀ ਬਰਾਬਰੀ 'ਤੇ ਕਿੱਦਾਂ ਆ ਗਿਆ। ਉਹ ਕਹਿੰਦਾ ਕਿ ਬਰਾਬਰੀ ਵਾਲੀ ਕਿਹੜੀ ਗੱਲ ਹੈ, ਤੂੰ ਵੀ ਦੀਵਾ ਮੈਂ ਵੀ ਦੀਵਾ। ਕਹਿੰਦਾ ਦੇਖ ਮੇਰੇ 'ਚ ਅਤੇ ਆਪਣੇ 'ਚ ਫਰਕ ਦੇਖ। ਹੁਣ ਤੁਸੀਂ ਵੀ ਦੀਵੇ ਵੀ ਅੱਜ ਕੱਲ੍ਹ ਦੇਖੇ ਨੇ, ਕਈ ਤਰ੍ਹਾਂ ਦੇ ਆ ਗਏ ਨੇ। ਉਹ ਕਹਿੰਦਾ ਦੇਖ ਮੈਂ ਕਿਸ ਤਰ੍ਹਾਂ ਦਾ ਅਤੇ ਤੂੰ ਕਿਸ ਤਰ੍ਹਾਂ ਦਾ। ਉਹ ਕਹਿਣ ਲੱਗਾ ਕਿ ਤੂੰ ਵੀ ਉਸੇ ਮਿੱਟੀ ਦਾ ਬਣਿਆ। ਕਹਿੰਦਾ ਕੁਛ ਨਹੀਂ ਇਸ ਤਰ੍ਹਾਂ ਦੇ। ਕਹਿੰਦਾ ਮੇਰੀ ਸ਼ਕਲ, ਮੈਂ ਤੈਨੂੰ ਵੇਖ ਗੋਰਾ ਹਾਂ, ਤੂੰ ਕਿੱਦਾਂ ਦਾ ਕਾਲਾ ਜਿਹਾ ਹੈਗਾ। ਉਹ ਕਹਿਣ ਲੱਗਾ ਕਿ ਇਹ ਕਿਹੜੀ ਗੱਲ ਹੋਈ। ਕਹਿੰਦਾ ਨਾ ਨਾ ਗੱਲ ਹੈਗੀ ਹੈ, ਸਾਰੀ ਚੀਜ਼ਾਂ ਦਾ ਫਰਕ ਹੈ। ਮੈਂ ਤੇਰੇ ਨੂੰ ਉੱਚਾ ਵਾਂ, ਮੈਂ ਉੱਚੀ ਜਾਤ 'ਚੋਂ ਆਇਆ, ਤੂੰ ਇਸ ਤਰ੍ਹਾਂ ਆਇਆ ਵਾਂ। ਮਤਲਬ ਉਹ ਗੱਲ ਕਰਦੇ ਪਏ ਨੇ। ਜਿਹੜਾ ਗਰੀਬ ਵਾਲਾ ਕਹਿ ਲਓ, ਛੋਟੇ ਵਾਲਾ, ਉਹ ਕਹਿਣ ਲੱਗਾ ਕਿ ਦੇਖ ਇਹ ਐਵੇਂ ਤੇਰੀਆਂ ਗਲਤਫਹਿਮੀਆਂ ਨੇ। ਮਤਲਬ ਉਹਨੂੰ ਦੱਸਿਆ, ਉਹਨੇ ਬਾਣੀ ਦਾ ਪ੍ਰਮਾਣ ਦਿੱਤਾ। ਕਹਿੰਦਾ ਬਾਣੀ ਪੜ੍ਹਿਆ ਕਰ ਕੋਈ। ਕਹਿੰਦਾ ਬਾਣੀ 'ਚ ਉਹਨਾਂ ਨੇ ਲਿਖਿਆ ਨਾ, ਉਹ ਘੁਮਿਆਰ ਵਾਲਾ, ਕਿ ਵੀ ਇੱਕੋ ਮਿੱਟੀ ਨਾਲ ਘੁਮਿਆਰ ਨੇ ਭਾਂਡੇ ਘੜੇ ਨੇ ਸਾਰੇ। ਉਹਨੇ ਕਿਹਾ ਕਿ ਦੇਖੋ ਜਦੋਂ ਮਿੱਟੀ ਉਹਨੇ ਗੁੰਨੀ ਸੀ ਨਾ, ਅਸੀਂ ਇੱਕ ਹੀ ਸਾਂ ਉਦੋਂ। ਕਹਿੰਦਾ ਜਦੋਂ ਉਹਨੇ ਉਹ ਜਿਸ ਤਰ੍ਹਾਂ ਅਸੀਂ ਆਟੇ ਦੇ ਪੇੜੇ ਕਰਦੇ ਨੇ, ਇਸ ਤਰ੍ਹਾਂ ਜਦੋਂ ਕਰਦੇ ਆ, ਕਹਿੰਦਾ ਜਦੋਂ ਉਹਨੇ ਉਸੇ ਮਿੱਟੀ 'ਚੋਂ ਦੋ ਪੇੜੇ ਕਿਹਾ, ਅਸੀਂ ਦੋ ਜਣੇ ਹੋ ਗਏ, ਮਿੱਟੀ ਇੱਕ ਹੀ ਸੀ। ਕਹਿੰਦਾ ਬਾਕੀ ਹੁਣ ਰਹਿ ਗਈ ਅੱਗੇ ਦੀ ਗੱਲ। ਤੂੰ ਕਹਿੰਦਾ ਮੈਂ ਗੋਰਾ ਕਾਲਾ। ਕਹਿੰਦਾ ਕਿ ਇਹ ਜਦੋਂ ਉਹਨੇ ਸਾਨੂੰ ਭੱਠੀ 'ਚ ਪਾਇਆ ਨਾ, ਅਤੇ ਇਹ ਹੈ ਕਿ ਤੈਨੂੰ ਥੋੜ੍ਹੀ ਦੇਰ ਪਹਿਲਾਂ ਕੱਢ ਲਿਆ ਉਹਨੇ। ਤੈਨੂੰ ਥੋੜ੍ਹੀ ਦੇਰ ਪਹਿਲਾਂ ਕੱਢ ਲਿਆ, ਮੈਂ ਥੋੜ੍ਹੀ ਦੇਰ ਜ਼ਿਆਦਾ ਅੰਦਰ ਰਹਿ ਗਿਆ, ਇਸ ਕਰਕੇ ਕਾਲਾ ਹੋ ਗਿਆ। ਕਹਿੰਦਾ ਕਿ ਜਦੋਂ ਤੂੰ ਬਾਹਰ ਅਤੇ ਬਈ ਰੰਗ ਫੇਰਨ ਵਾਲੀ ਜਿਹੜੇ ਅਲੱਗ ਅਲੱਗ ਫੇਰਦੇ ਪਏ ਸੀ, ਮੈਂ ਥੋੜ੍ਹਾ ਕਾਲਾ ਸੀ, ਮੈਨੂੰ ਉਹਨਾਂ ਨੇ ਹੋਰ ਕਾਲਾ ਰੰਗ ਕਰਤਾ ਉੱਤੇ। ਤੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਹੀ ਤੈਨੂੰ ਲਾਲਗੀ 'ਚ ਕਰ ਦਿੱਤਾ, ਅਤੇ ਤੂੰ ਇਸ ਕਰਕੇ ਵੱਖਰਾ ਲੱਗਦਾ ਪਿਆ। ਹੈ ਤਾਂ ਗੱਲ ਕੋਈ ਨਹੀਂ ਹੈ। ਕਹਿੰਦਾ ਐਵੇਂ ਗੱਲ ਕੋਈ ਨਹੀਂ ਹੈਗੀ। ਕਹਿੰਦਾ ਤੈਨੂੰ ਕਹਿ ਤਾ ਨਾ ਮੈਂ ਉੱਚਾ ਹਾਂ ਅਤੇ ਉੱਚਾ ਹੀ ਹਾਂ ਬਸ। ਹਜੇ ਉਹ ਗੱਲਾਂ ਚੱਲਦੀਆਂ ਪਈਆਂ, ਇੰਨੀ ਦੇਰ ਨੂੰ ਵਿਚਲਾ ਤੇਲ ਜਿਹੜਾ ਸੀ ਉਹ ਬੋਲ ਪਿਆ। ਜਿਹੜਾ ਵੱਡੇ ਦੀਵੇ ਵਾਲਾ ਸੀ, ਉੱਚੇ ਦੀਵੇ ਵਾਲਾ, ਉਹ ਕਹਿੰਦਾ ਤੇਲ ਬੋਲ ਪਿਆ ਕਿ ਗੱਲ ਬਿਲਕੁਲ ਸਹੀ ਹੈ। ਅਤੇ ਨੀਵੇਂ ਵਾਲਾ ਤੇਲ ਬੋਲਿਆ, ਉਹ ਕਹਿੰਦਾ ਕਿ ਬਈ ਤੂੰ ਗੱਲ ਨਹੀਂ, ਆਪਾਂ ਤਾਂ ਇੱਕੋ ਹੀ ਆ ਨਾ ਦੋਵੇਂ ਜਾਣੇ। ਇਹਨਾਂ ਦੀ ਗੱਲ ਛੱਡ, ਆਪਾਂ ਤਾਂ ਇੱਕੋ ਹੀ, ਆਪਾਂ ਤਾਂ ਇੱਕੋ ਕਹਾਣੀ 'ਚੋਂ ਨਿਕਲੇ ਦੋਵੇਂ। ਤੂੰ ਵੀ ਉਸੇ ਕਹਾਣੀ 'ਚੋਂ ਨਿਕਲਿਆ, ਮੈਂ ਵੀ ਉਹ 'ਚੋਂ ਨਿਕਲਿਆ ਵਾਂ, ਅਤੇ ਅਸੀਂ ਤਾਂ ਸਾਡੇ 'ਚ ਤਾਂ ਕੋਈ ਵੱਖਰਾ ਨਹੀਂ ਨਾ ਹੈਗਾ ਤੇਲ। ਉਹ ਉੱਚੇ ਵਾਲਾ ਤੇਲ ਕਹਿੰਦਾ ਕਿਉਂ ਨਹੀਂ ਹੈਗਾ, ਮੈਂ ਵੇਖ ਇਸ ਦੀਵੇ 'ਚ ਬੈਠਾ ਵਾਂ, ਮੈਂ ਅਮੀਰ ਬੰਦੇ ਕੋਲੋਂ ਆਇਆ ਵਾਂ, ਮੈਂ ਉੱਚੀ ਕੁੱਲ ਵਾਲੇ ਕੋਲ ਆਇਆ ਵਾਂ। ਭਾਵੇਂ ਇੱਕੋ 'ਚ ਆਏ ਜੋ ਮਰਜ਼ੀ ਆ, ਪਰ ਹੁਣ ਆਪਾਂ ਇੱਕ ਨਹੀਂ ਹੈਗੇ, ਤੂੰ ਵੱਖਰਾ ਹੀ ਆ। ਤੂੰ ਕਿੱਦਾਂ ਬਰਾਬਰੀ ਕਰਦਾ ਪਿਆ ਮੇਰੇ ਨਾਲ। ਉਹਨਾਂ ਦਾ ਸੰਵਾਦ ਚੱਲਦਾ ਪਿਆ। ਇੰਨੇ ਦਿਨ ਨੂੰ ਵੱਟੀ ਬੋਲ ਪਈ, ਬੱਤੀ ਜਿਹੜੀ ਗਰੀਬ ਵਾਲੇ ਦੀਵੇ ਦੀ ਬੱਤੀ ਬੋਲੀ। ਕਹਿੰਦੀ ਭੈਣੇ ਆਪਾਂ ਤਾਂ ਇੱਕੋ ਹੀ ਆ ਨਾ ਦੋਵੇਂ, ਆਪਾਂ ਤਾਂ ਇੱਕੋ ਹੀ ਉਹ ਕਪਾਸ 'ਚੋਂ ਨਿਕਲੇ ਆ, ਦੋਨੋਂ ਇੱਕੋ ਜਗ੍ਹਾ ਤੋਂ ਨਿਕਲੇ, ਆਪਾਂ ਤਾਂ ਇੱਕੋ ਹੀ ਆ। ਜਿਹੜੇ ਉੱਚੇ ਦੀਵੇ ਵਾਲੀ ਬੋਲੀ ਫਿਰ ਕਹਿੰਦੇ ਐਵੇਂ ਇੱਕੋ ਹੀ ਆ, ਨਿਕਲੇ ਹੋਵਾਂਗੇ ਇੱਕ 'ਚੋਂ ਜੋ ਮਰਜ਼ੀ ਆ, ਪਰ ਅਸੀਂ ਇੱਦਾਂ ਵਾ, ਅਸੀਂ ਉੱਦਾਂ। ਉਹ ਹੋ ਗਈ ਉਹਨਾਂ ਦੀ। ਅਸਲ ਦੇ ਵਿੱਚ ਜਦੋਂ ਉਹਨਾਂ ਦੀ ਚੱਲ ਰਹੀ ਸੀ ਇਸ ਤਰ੍ਹਾਂ ਦੀ ਗੱਲਬਾਤ, ਅਤੇ ਇੱਕ ਫਕੀਰ ਉੱਥੋਂ ਦੀ ਲੰਘਿਆ। ਫਕੀਰ ਨੇ ਦੇਖਿਆ ਉਹਨਾਂ ਦਾ, ਸੁਣਿਆ ਸੰਵਾਦ ਕਿ ਕੀ ਕਰਦੇ ਕੀ ਪਏ ਨੇ। ਉਹਨੂੰ ਸਮਝ ਲੱਗ ਗਈ ਗੱਲ ਕਿ ਹੈ ਕੀ ਹੈ। ਉਹਨੇ ਵੇਖਿਆ ਕਿ ਇਹ ਕਿਉਂ ਗੱਲਬਾਤ ਬਣ ਰਹੀ ਹੈ। ਆਪਸ ਦੇ ਵਿੱਚ ਬਹਿਸਾ ਬਹਿਸੀ ਹੋ ਰਹੀ ਸੀ। ਫਕੀਰ ਨੇ ਦੇਖਿਆ ਕਿ ਬਈ ਗੱਲ ਤਾਂ ਗਲਤ ਹੀ ਹੈ ਸਾਰੀ ਜਿਹੜੀ ਹੋ ਰਹੀ ਹੈ, ਪਰ ਉਹਨੂੰ ਪਤਾ ਲੱਗ ਗਿਆ ਕਾਰਨ ਕੀ ਹੈ ਇਹਦਾ। ਉਹਨੇ ਕਾਰਨ ਇਹ ਸੀ
कि ਜਿਹੜੇ ਦੋਨੋਂ ਦੀਵੇ ਉਹਨੇ ਦੇਖੇ ਕਿ ਬੁਝੇ ਪਏ ਸੀ। ਉਹਨੇ ਕੀ ਕੀਤਾ, ਆਪਣੇ ਝੋਲੇ 'ਚੋਂ ਮਾਚਿਸ ਕੱਢੀ ਅਤੇ ਉਹਨੇ ਜਿਹੜਾ ਇੱਕ ਦੀਵਾ ਜਗਾ ਦਿੱਤਾ। ਜਗਾਇਆ ਉਹਨੇ ਕਿਹੜਾ, ਜਿਹੜਾ ਨੀਵੇਂ ਵਾਲਾ ਸੀ, ਜਿਹਨਾਂ ਛੋਟਾ ਸੀ, ਉਹ ਦੀਵਾ ਉਹਨੇ ਜਗਾ ਦਿੱਤਾ। ਦੂਸਰੇ ਨੂੰ ਕਹਿਣ ਲੱਗਾ, ਹਾਂ ਬਈ ਦੱਸ ਹੁਣ ਕਿਹੜਾ ਵੱਡਾ ਹੈ। ਹੁਣ ਉਹਨੂੰ ਵੀ ਸਮਝ ਲੱਗ ਗਈ ਕਿ ਗੱਲ ਤਾਂ ਠੀਕ ਹੈ, ਵੀ ਜਿਹੜਾ ਚਾਨਣ ਵੰਡਦਾ ਪਿਆ ਇਹ ਵੱਡਾ ਤਾਂ ਉਹੀ ਹੈ, ਜਿਹੜਾ ਚਾਨਣ ਵੰਡਦਾ ਪਿਆ ਵੱਡਾ ਤਾਂ ਉਹੀ ਹੈ। ਅਤੇ ਉਹਨੇ ਕਿਹਾ ਕਿ ਮਹਾਤਮਾ ਜੀ ਗੱਲ ਠੀਕ ਹੈ ਬਿਲਕੁਲ, ਕਿ ਵੀ ਇਹ ਚਾਨਣ ਵੰਡਦਾ ਪਿਆ ਵੱਡਾ ਤਾਂ ਇਹੋ ਹੀ ਹੈ। ਉਹਨੇ ਉਹੀ ਦੀਵਾ ਲੈ, ਉਹਨੇ ਕਿਹਾ ਕਿ ਹੁਣ ਇਹਨਾਂ ਨੂੰ ਤਾਂ ਤੁਸੀਂ ਜਗਾ ਦਿੱਤਾ ਹੈ ਅਤੇ ਬਈ ਕਿਰਪਾ ਕਰੋ ਮੈਨੂੰ ਵੀ ਜਗਾ ਦਿਓ। ਉਹਨੇ ਉਹ ਦੀਵਾ ਫੜ ਕੇ ਉਹਦੇ ਨਾਲ ਲਗਾਇਆ ਅਤੇ ਉਹਨੂੰ ਵੀ ਜਗਾ ਦਿੱਤਾ। ਜਗਾ ਦਿੱਤਾ। ਹੁਣ ਉਹਨੇ ਕਿਹਾ ਕਿ ਦੇਖੋ ਲਾਈਟ ਦੋਵਾਂ ਦੀ, ਕਹਿੰਦਾ ਹੁਣ ਤੁਸੀਂ ਦੋਵੇਂ ਵੱਡੇ ਹੋ। ਜਦੋਂ ਤੱਕ ਬੁਝੇ ਪਏ ਸੀ ਉਦੋਂ ਤੱਕ ਲੜਾਈਆਂ ਸੀ ਉਹ ਜਿਹੜੀਆਂ, ਜਦੋਂ ਜਗ ਪਏ ਅਤੇ ਇੱਕੋ ਹੀ ਚੀਜ਼ ਬਣ ਗਈ। ਦੋਨੋਂ ਲਾਈਟ ਇੱਕੋ ਜਿਹੀ ਕਰਦੇ ਪਏ ਨੇ, ਭਾਵੇਂ ਕਿਸੇ ਦਾ ਰੰਗ ਹੋਈ ਸੀ, ਕੁਛ ਵੀ ਵੱਡਾ ਛੋਟਾ ਜੋ ਵੀ ਸੀ, ਪਰ ਲਾਈਟ ਜਿਹੜੀ ਆ ਉਹਨਾਂ ਦੀ ਇੱਕੋ ਜਿਹੀ ਹੋ ਗਈ। ਫਿਰ ਉਹਨੇ ਦੋਨੋਂ ਦੀਵੇ ਜਿਹਨਾਂ ਨੂੰ ਨਾਲ ਜੋੜ ਦਿੱਤਾ, ਉਹਨੇ ਨਾਲ ਜੋੜ ਦਿੱਤਾ, ਹੋਰ ਲਾਈਟ ਵੱਧ ਗਈ। ਜਿਹੜਾ ਉਹ ਕਹਿੰਦੇ ਨਾ ਆਮ ਕਹਾਵਤ ਬਣੀ ਕਿ ਦੀਵੇ ਤਲੇ ਅੰਧੇਰਾ, ਜਦੋਂ ਉਹ ਦੋਨੋਂ ਹੋ ਗਏ ਅਤੇ ਉਹ ਵੀ ਜਿਹੜਾ ਅੰਧੇਰਾ ਵੀ ਜਿਹੜਾ ਸੀ ਉਹ ਦੂਰ ਹੋ ਗਿਆ ਉਸ ਚੀਜ਼ ਦਾ। ਹੁਣ ਇਹੋ ਹੀ ਚੀਜ਼ ਨੂੰ ਸਮਝਣਾ ਕਿ ਲੜਾਈ ਕਿੱਥੋਂ ਤੱਕ ਹੁੰਦੀ, ਜਦੋਂ ਤੱਕ ਉਹ ਚੀਜ਼ ਬੁਝੀ ਹੋਵੇ। ਜੇ ਸਾਡੇ ਅੰਦਰ ਉਹ ਚਾਨਣ ਹੋ ਜਾਵੇ, ਉਹ ਚੀਜ਼ ਜਗ ਜਾਵੇ ਅਤੇ ਫਿਰ ਕੋਈ ਨਹੀਂ। ਅਤੇ ਫਿਰ ਉਹਨਾਂ ਨੇ ਦੀਵੇ ਨੇ ਕਿਹਾ ਕਿ ਮਹਾਤਮਾ ਜੀ ਲੜਾਈ ਤਾਂ ਸਾਡੀ ਤੁਹਾਨੂੰ ਪਤਾ ਹੀ ਕਿੱਥੋਂ ਸਟਾਰਟ ਹੋਈ ਹੈ, ਇਹ ਸਾਡੇ ਮਾਲਕਾਂ ਤੋਂ ਸ਼ੁਰੂ ਹੋਈ ਹੈ, ਇਹ ਸਾਡੇ ਮਾਲਕਾਂ ਤੋਂ ਸ਼ੁਰੂ ਹੋਈ ਹੈ। ਕਿਰਪਾ ਕਰੋ ਜੇ ਸਾਨੂੰ ਜਗਾਇਆ ਹੈ ਅਤੇ ਉਹਨਾਂ ਨੂੰ ਵੀ ਜਗਾ ਦਿਓ, ਉਹਨਾਂ ਦੇ ਅੰਦਰ ਵੀ ਰੌਸ਼ਨੀ ਵਾਲਾ ਦੀਵਾ ਬਾਲ ਦਿਓ ਕਿ ਇਹ ਜਿਹੜਾ ਅੰਧੇਰਾ ਦੂਰ ਹੋ ਜਾਵੇ, ਕਿ ਇਹ ਲੜਾਈ ਜਿਹੜੀ ਹੈ ਇੱਥੇ ਹੀ ਖਤਮ ਹੋ ਜਾਵੇ। ਅੱਜ ਹਰ ਇੱਕ ਧਰਮ 'ਚ ਲੜਾਈ, ਹਰ ਇੱਕ ਮਜ਼ਹਬ, ਜਾਤ ਪਾਤ ਨੂੰ, ਕਈ ਚੀਜ਼ਾਂ ਨੂੰ ਲੈ ਕੇ, ਇਹ ਸਿਰਫ ਇਸੇ ਕਰਕੇ ਹੀ ਕਿ ਜਦੋਂ ਉਹ ਚੀਜ਼ ਨੂੰ ਅਸੀਂ ਸਮਝ ਨਹੀਂ ਰਹੇ ਸਾਰੇ। ਅਤੇ ਇਹਦਾ ਹੋਰ ਕੋਈ ਦੀਵਾ ਜਾਂ ਹੋਰ ਕੋਈ ਜਗਾਉਣ ਵਾਲਾ ਜਾਂ ਹੋਰ ਕੋਈ ਲਾਈਟ ਕੋਈ ਨਹੀਂ ਹੈਗੀ। ਲਾਈਟ ਹੈ ਸਤਿਗੁਰਾਂ ਦੇ ਬਚਨ, ਬਸ ਉਹਨਾਂ ਦੀ ਸੇਧ ਲਈਏ, ਉਹਨਾਂ ਦੀ ਸੇਧ ਲੈ ਕੇ ਉਸ ਬਚਨਾਂ ਨੂੰ ਮੰਨ ਕੇ ਉਹਦੇ ਉੱਤੇ ਚੱਲਣਾ ਸ਼ੁਰੂ ਕਰੀਏ ਅਤੇ ਸਭ ਕੁਛ ਅੰਧੇਰੇ ਖਤਮ ਹੋ ਜਾਣਗੇ। ਅਤੇ ਜੇ ਅਸੀਂ ਉਹ ਚੀਜ਼ ਨਹੀਂ ਲੈਂਦੇ, ਠੀਕ ਹੈ ਹੋਏਗਾ, ਦੀਵਾ ਵੱਡਾ ਹੋ ਸਕਦਾ ਹੈ, ਬੱਤੀ ਵੱਡੀ ਹੋ ਸਕਦੀ ਹੈ, ਤੇਲ ਜ਼ਿਆਦਾ ਹੋ ਸਕਦਾ ਹੈ, ਪਰ ਬੁਝਿਆ ਤਾਂ ਬੁਝਿਆ ਹੀ ਹੈ ਨਾ, ਉਹਦਾ ਤਾਂ ਕੋਈ ਫਾਇਦਾ ਨਹੀਂ। ਇਸ ਲਈ ਸਤਿਗੁਰਾਂ ਦੇ ਉਹ ਨਾਮ ਵਾਲਾ ਜਿਹੜਾ ਦੀਵਾ ਜਿਹੜਾ ਆ, ਉਹਦੀ ਅੱਗੇ ਉਹ ਸਤਿਗੁਰਾਂ ਨੂੰ ਬੇਨਤੀ ਕਰੀਏ ਸਾਡੇ ਹਿਰਦੇ ਦੇ ਵਿੱਚ ਉਹ ਜਗਾ ਦੇਣ ਕਿ ਜਿਹਦੇ ਨਾਲ ਇਹ ਜਿਹੜੇ ਸੀ ਅੰਧੇਰੇ ਜਿਹੜੇ ਖਤਮ ਹੋ ਜਾਣ ਸਾਰੇ, ਹੈ ਨਾ। ਅਤੇ ਬਾਕੀਆਂ ਬਾਹਰ ਦੀਆਂ ਪ੍ਰਥਾ ਠੀਕ ਹੈ, ਤੁਸੀਂ ਦੇਖਿਆ ਅੱਜ ਦੇ ਦਿਨ ਬੜਾ ਕੁਛ ਹੁੰਦਾ ਹੈ। ਕਈ ਘਰਾਂ ਦੇ ਵਿੱਚ ਐਸੇ ਕਮਰੇ ਨੇ, ਕਈ ਐਸੀਆਂ ਕੋਠੀਆਂ ਕਿ ਜਿੱਥੇ ਕਦੀ ਕੋਈ ਗਿਆ ਨਹੀਂ, ਹਨੇਰਾ ਹੀ ਹਨੇਰਾ ਹੁੰਦਾ ਵਾ। ਅੱਜ ਘਰ ਵਾਲੇ ਉੱਥੇ ਵੀ ਕਹਿੰਦੇ ਆ ਕਿ ਉੱਥੇ ਵੀ ਦੀਵਾ ਜਗਾਇਆ ਇੱਕ। ਅੱਜ ਦੇ ਬਹੁਤ ਉਸ ਚੀਜ਼ ਨੂੰ ਚਲਾਉਂਦੇ ਆ ਕਿ ਚਲੋ ਠੀਕ ਹੈ, ਜਿਸ ਤਰ੍ਹਾਂ ਮਨ ਜਿਹੜਾ ਆ ਕੁਝ ਚੀਜ਼ਾਂ ਦਾ ਸ਼ੌਕੀਨ ਆਦੀ ਹੁੰਦਾ ਹੈ, ਪਰ ਉਹਦਾ ਬਹਾਨਾ ਲੈ ਕੇ ਅਸੀਂ ਸਤਿਗੁਰਾਂ ਵਾਲੇ ਪਾਸੇ ਨੂੰ ਆਪਣੇ ਆਪ ਨੂੰ ਮੋੜਨਾ ਹੈ ਕਿ ਜੋ ਅਸਲੀ ਚੀਜ਼ ਉਹ ਮਿਲਣ। ਜੋ ਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਕਿਤੇ ਬਾਹਰ ਦੇ ਪਟਾਕੇ ਬੰਬ, ਹੁਣੇ ਉਹ ਬੱਚਾ ਛੋਟਾ ਉਹ ਕੀ ਕਹਿ ਰਿਹਾ ਸੀ ਤਾਂ ਨਹੀਂ ਕੀ ਹੁੰਦਾ, ਮੈਂ ਆਲੂ ਬੰਬ ਲੈਣਾ ਹੈ, ਮੈਂ ਉਹ ਫਲਾਣੀ ਪਟਾਕਾ ਦੂਜਾ ਲੈਣਾ, ਨਾਮ ਸਾਰੇ ਯਾਦ, ਠੀਕ ਹੈ ਨਾ। ਅਤੇ ਚਲੋ ਇਹ ਗੱਲ ਠੀਕ ਹੈ, ਇਹ ਵੀ ਸੋਹਣੇ ਲੱਗਦੇ ਨੇ ਚੀਜ਼ ਆਵਾਜ਼ਾਂ, ਪਰ ਜਿਹੜਾ ਸਤਿਗੁਰੂ ਫਰਮਾਉਂਦੇ ਨੇ ਅੰਦਰ ਬੱਦਲ ਗਰਜ ਰਹੇ ਨੇ, ਅੰਦਰ ਸ਼ੰਖ ਵੱਜ ਰਹੇ ਨੇ,
ਜਿਹੜੀਆਂ ਅੰਦਰ ਧੁਨਕਾਰਾਂ ਹੋ ਰਹੀਆਂ ਨੇ, ਅੰਦਰ ਜਿਹੜੀ ਸਰੰਗੀ ਵੱਜ ਰਹੀ ਹੈ, ਉਹ ਵੀ ਤਾਂ ਇੱਕ ਐਸੀਆਂ ਆਵਾਜ਼ਾਂ ਨੇ ਕਿ ਬਈ 24 ਘੰਟੇ ਜਿਸ ਤਰ੍ਹਾਂ ਬਿਨ ਕਿਸੇ ਚੀਜ਼ ਤੋਂ ਉਹ ਚੱਲਦੀਆਂ ਪਈਆਂ ਨੇ। ਬਾਹਰਲੀਆਂ ਤਾਂ ਕੈਸਟਾਂ ਖਤਮ ਹੋ ਜਾਂਦੀਆਂ ਨੇ, ਮੋਬਾਈਲ ਡਾਊਨ ਹੋ ਜਾਂਦੇ ਨੇ, ਬੈਟਰੀਆਂ ਤੇ ਬੰਦ ਹੋ ਜਾਂਦੀਆਂ ਨੇ, ਪਰ ਜਿਹੜਾ ਉਹਨੇ ਕਿਹਾ ਕਿ ਉਹ ਅਨਹਦ ਕਾ ਬਾਜਾ ਬਾਜਦਾ, ਉਹ ਹਮੇਸ਼ਾ ਹੀ ਵੱਜਦਾ ਪਿਆ ਹੈ। ਅਤੇ ਉਹਨੂੰ ਸੁਣਨ ਵਾਸਤੇ ਥੋੜ੍ਹਾ ਜਿਹਾ ਜਿਸ ਤਰ੍ਹਾਂ ਸ਼ਾਂਤੀ ਇਕਾਗਰਤਾ ਉਹ ਚੀਜ਼ ਬਣੇ ਅਤੇ ਸਗੋਂ ਉਹਨਾਂ ਦੀ ਦਇਆ ਮਿਲਦੀ।